ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। कोट पराध हमारे खंडो अनेक विधि समझावो। हम अज्ञान अल्प मत थोड़ी तुम्हें आपन बिरद रखावो। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जे राखो राखण हार दयाला नानक करके गोले। वाहिगुरु जी का खालसा वाहिगुरु जी की फतेह। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਇਸ ਵਾਕਸ਼ ਸਮੇਂ ਸਤ ਸੰਗਤ ਦੀ ਘੜੀਆਂ ਸਤਿਗੁਰੂ ਨੇ ਝੋਲੀ ਵਿੱਚ ਪਾਈਆਂ ਹਨ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਹੈ। ਆਓ ਜੋ ਗੁਰੂ ਨੇ ਮਹਾਰਾਜ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਜੋ ਅੱਜ ਗੁਰਬਾਣੀ ਵਿਚਾਰ ਦਾ ਸਮਾਂ ਸਤਿਗੁਰੂ ਦੀ ਰਹਿਮਤ ਦਾ ਸਦਕਾ ਪ੍ਰਾਪਤ ਹੋਇਆ ਹੈ। ਵੀਰ ਜੀ ਪਾਸੋਂ ਹੁਕਮ ਹੋਇਆ ਸੀ ਕਿ ਕਬੀਰ ਸਾਹਿਬ ਦੀ ਬਾਣੀ ਦੇ ਵਿੱਚੋਂ ਵਿਚਾਰ ਆਰੰਭ ਕੀਤੀ ਜਾਵੇ। ਸੋ ਜਿਸ ਤਰ੍ਹਾਂ ਗੁਰੂ ਸਾਹਿਬੁਲਾਨ ਅਗਮ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ, ਉਹਦੇ ਬੁਲਾਏ ਤੇ ਅਸੀਂ ਬੋਲਣਾ ਹੈ। ਜਿਉਂ ਬੁਲਾਵੇਂ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਦਰਜ ਹੈ। 15 ਭਗਤ ਹੋਏ ਹਨ। ਸਭ ਤੋਂ ਸ਼੍ਰੋਮਣੀ ਭਗਤ ਜਿਹੜੇ ਨੇ, ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਬਾਣੀ ਹੈ, ਉਹ ਹੈ ਕਬੀਰ ਸਾਹਿਬ ਦੀ ਹੈ। ਕਬੀਰ ਸਾਹਿਬ ਦੀ ਬਾਣੀ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਹਾਂ, ਜਿੱਥੇ ਗੁਰੂ ਸਾਹਿਬਾਂ ਨੂੰ ਨਮਸਕਾਰ ਕਰੀਦਾ ਹੈ, ਉੱਥੇ ਕਬੀਰ ਸਾਹਿਬ ਦੀ ਵੀ ਬਾਣੀ ਨੂੰ ਅਸੀਂ ਨਮਸਕਾਰ ਕਰੀਦਾ ਹੈ। ਸੋ ਕਬੀਰ ਸਾਹਿਬ ਜੀ ਨੇ ਸਾਰੀ ਬਾਣੀ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਵਾਲੀ ਬਾਣੀ ਦਰਜ ਕੀਤੀ ਹੈ। ਵੈਸੇ ਤੇ ਬਾਣੀ ਉਹਨਾਂ ਨੇ ਬਹੁਤ ਲਿਖੀ ਹੈ, ਲੇਕਿਨ ਜਿਹੜੀ ਬਾਣੀ ਗੁਰਮਤ ਦੀ ਕਸਵਟੀ ਤੇ ਢੁਕਦੀ ਸੀ ਬਾਣੀ, ਉਸ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦ ਆਦਿ ਗ੍ਰੰਥ ਦੀ ਸਥਾਪਨਾ ਕੀਤੀ, ਤਦ ਭਗਤ ਕਬੀਰ ਸਾਹਿਬ ਦੇ ਉਹ 94 ਸ਼ਬਦ, ਉਹ ਪਵਿੱਤਰ ਬਾਣੀ ਨੂੰ ਜਿਹੜੀ ਗੁਰਮਤ ਦੇ ਹਿਸਾਬ ਨਾਲ ਸਹੀ ਖਰੀ ਉਤਰਦੀ ਹੈ, ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਦਰਜ ਕੀਤਾ ਹੈ। ਸੋ ਆਓ ਅੱਜ ਕਬੀਰ ਸਾਹਿਬ ਦੇ, ਜਿਸ ਤਰ੍ਹਾਂ ਕਈ ਕਬੀਰ ਸਾਹਿਬ ਦੇ ਨਾ ਕਨਸੈਪਟ ਇੱਕੋ ਜਿਹੇ ਸ਼ਲੋਕਾਂ ਵਿੱਚ ਚੱਲਦੇ ਨੇ। ਮੈਂ ਰੀਡ ਕਰ ਰਿਹਾ ਸੀ ਕਿ 146 146 ਤੇ 147 148 ਤੇ 149 ਚਾਰ ਸ਼ਲੋਕ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤੇ ਨੇ, ਜਿਨ੍ਹਾਂ ਦਾ ਜਿਹੜਾ ਕਨਸੈਪਟ ਹੈ ਉਹ ਇੱਕੋ ਹੀ ਰੱਖਿਆ ਹੈ। ਤੋ ਕਬੀਰ ਸਾਹਿਬ ਕੀ ਕਹਿੰਦੇ ਨੇ, ਆਓ ਸਰਵਨ ਕਰੀਏ। ਫਿਰ ਉਸ ਸ਼ਬਦਾਂ ਦੇ ਚਾਰ ਸ਼ਲੋਕਾਂ ਦੀ ਕਬੀਰ ਸਾਹਿਬ ਦੀ ਜੋ ਵਿਚਾਰਧਾਰਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਸ ਨੂੰ ਅਸੀਂ ਵਿਚਾਰਨ ਦਾ ਯਤਨ ਕਰਾਂਗੇ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਆਪ ਰਸਨਾ ਤੇ ਬੈਠਣ, ਜਿਵੇਂ ਸਤਿਗੁਰੂ ਬੁਲਾਉਣਗੇ ਅਸੀਂ ਬੋਲਣ ਦਾ ਯਤਨ ਕਰਾਂਗੇ। ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਜਦ ਦਰਜ ਕੀਤਾ ਤੇ ਇਹ ਸ਼ਲੋਕ ਹੁੰਦਾ ਆਰੰਭ,
कबीर रोड़ा हुए रो बाट का, तज मन का अभिमान। ऐसा कोई दास हुए, ताहे मिले भगवान। कबीर रोड़ा होए रो बाट का, आप जी की रचना के शब्द होना है। ये शब्द भगत कबीर जी की बड़ी निमरता की इहदे विचों झलक आउंदी है, होमे दूर तक नजर नहीं आउंदी। क्योंकि भगत कबीर जी की जितनी भी बाणी है, उन्होंने जात पात का विरोध बड़ा किया है। कर्म कांड, वहम भरम, वर्ण जातियां का जो उस वेले शूदर वैश ये जातियां सारियां जो चलदियां आ रही सन, बड़ा ही क्रांतिकारी बदलाव लियाण वास्ते। वैसे तो ये बीमारियां अज तक चल रही ने, अज भी साडे विच जात पात दियां सब चलदियां ने, पर कबीर साहब ने बड़ा डट के इसनूं वर्णन किया है। और इस शब्दां दे विचार विच इतनी निम्रता दिखाई है कि आप हैरान हो जाओगे कि कबीर साहब कहते ने, मैं तुहाडा परमात्मा दास बनना चाहना वा। उन्होंने उडारी कैसी मारी, किस तरह का दास बना। कबीर रोड़ा होए रो बाट का, बाट हुंदा रस्ता, मार्ग जिहदे उत्ते असीं चली दे, ते रोड़ा हुंदा पत्थर। कबीर रोड़ा होए रो बाट का, तज मन का अभिमान। चित करदा है मैं ना रस्ते का रोड़ा बन जा, पत्थर बन जा, क्योंकि मैं थले रवांगा ते जेड़ा भी जाएगा मन ठुड मारेगा। ते भाव की इतनी मन का अभिमान, तज हुंदा छड़ना। गुरबाणी च तज अखर बड़ा आंदा है। कान सिंह लाबा ने तज दा भाव इत्थे वे छोड़ना। तज मन का अभिमान, मैं मन का अभिमान छड़ दवां, मैं रोड़ा बन जावां। देखो ये उडारी हुंदी है जदों बंदा ना ज्ञान आउंदा ना, ज्ञान दे विच साध संगत अहंकार आना लाजमी है, और बिना ज्ञान तो प्राप्ति भी नहीं है। और ज्ञान वास्ते विन गुण कीते भगत ना होए। पातशाह कहंदे ना, विन गुण कीते भगत ना होए। बिना गुणा करके भगती हुंदी नहीं। ते भगती दे अंदर चलते ज्ञान आ जाए ते ज्ञान एक रोड़ा भी बन जाता है। कई बारी अत दा ज्ञान हो जाए ना, वो भी परमात्मा दे विच विघन पा दिंदा है, क्योंकि वो मैं खड़ी हो जाती है कि मेरे वर्गा ज्ञानी कोई नहीं। ज्ञान होना अच्छी गल है। बाबा नंद सिंह जी कहते सन, अत दा ज्ञान होना गलत गल, वो परमात्मा तो दूर कर दिंदा है। असी ज्ञानी होना है, असी ज्ञानी बनना है, पर अत दा नहीं होना। देखो ज्ञानी बंदे नूं अहंकार तो लाना बड़ा औखा होंदा है, जिहड़ा अत दा ज्ञानी हो जाता है। उदाहरण के तौर पे गुरु नानक पातशाह जद उदासियां ते निकले, बड़ी ध्यान देने वाली गल है, ते सज्जन ठग, वली कंधारी, कोडा राकश, बड़े रस्ते विच पापी बंदे मिले। गुरु महाराज दे उन्होंने दर्शन किए, ते एक एक बचन गुरु साहब ने किया ते उन्हां दा जीवन सुधर गया। जिस तरह सज्जन नूं क्या उज्जल के हा चिलकना, कोटम कालड़ी मस, ये बचन किया ते ओदे जीवन दे विच एक चानन हो गया। इको बचन दे नाल गुरु दे अनुसार चल पिया। कोडा राकश भी, वली कंधारी भी। और साध संगत देखो, सिद्धा नूं समझाण वास्ते गुरु साहब ने पूरी सिद्ध गोष्ट बाणी लिखी। ध्यान देना जरा, क्योंकि वो ज्ञानवाद बहुत सन, ते ज्ञान सी ना जो सिर ते चढ़ गया, भाई मैं ज्ञानी हो गया, अत दा ज्ञानी हो गया। गुरु महाराज नूं उन्हां नूं सिद्धां नूं समझाण वास्ते बहुत समा लग्या। उन्हां दे शंके बड़े सन।
सवाल पूछना एक अलग गल है, पर सियाणप विच पूछना किसी दी एवें करो ट्रायल लेना है, वो एक वखरी गल है, वो अपनी सियाणप है। महाराज नूं सिद्ध गोश्त वास्ते कितना, देखो बाणी आंदी सिद्ध गोश्त, कितने विचार हुए ने आपस विच, बई तू कित्थों बालक इत्थों चल के कित्थों आ गया, गृहस्थ छड्ड के इत्थे किते आ गया, तेरा गुरु केड़ा है, बड़े सवाल ने। समा कित्थे लग्या ज्ञानियां दे उत्ते। पातशाह कहंदे ने ज्ञानी बनना चंगी गल है, पर अत दा ज्ञान सिर ते चढ़दा है, क्योंकि होमे नामे नाल विरोध है। दोए न वसे इकठाए, होमे विच सेवा ना होवे तां मन बिरथा जाए। जिथे होमे आ गई उथे नाम चला गया। ਇਹ सोच लो, ज्ञान आना अच्छी गल है, ज्ञान दे नाल होमे आ जानी, क्योंकि होमे ते नामे नाल विरोध ने। जिस तरह एक कमरे विच दो तलवारां नहीं रह सकदियां ना, एक म्यान विच, वाहिगुरु, एक म्यान विच दो तलवारां नहीं रह सकदियां, इसे तरह जिथे नाम है उत्थे मैं नहीं है, जिथे मैं है उत्थे नाम नहीं। ते कबीर साहब कहंदे ने मेरा चित करदा है, मैं जे मैनूं ज्ञान हो गया ना, ते मैं ना संगतां दे रोड़ा बन जावां रस्ते विच, कि ਜਿਹੜਾ ਵੀ ਚੱਲੇ ਮੈਨੂੰ ਠੋਕਰ ਮਾਰੇ, ਭਾਵ ਕਿ ਮੈਨੂੰ ਆਪਣੇ ਅਤੀਤ ਦਾ ਪਤਾ ਲੱਗ ਜਾਏ ਕਿ ਮੈਂ ਕਿੱਥੇ ਖੜਾ ਹਾਂ। ਇਹ ਅਵਸਥਾ ਦੀ ਖੇਡ ਹੈ। ਪਰ ਕਹਿੰਦੇ ਨੇ ਮੈਂ ਜਦੋਂ ਧਿਆਨ ਮਾਰਿਆ ਨਾ, ਮੈਂ ਰੋੜੇ ਵੱਲ ਧਿਆਨ ਮਾਰਿਆ ਤੇ ਰੋੜੇ ਵਿੱਚ ਵੀ ਇੱਕ ਔਗਣ ਸੀ। ਧਿਆਨ ਦੇਣਾ, ਰੋੜੇ ਵਿੱਚ ਵੀ ਔਗਣ ਸੀ। ਕਬੀਰ ਰੋੜਾ ਹੋਏ ਰੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੀ ਮਿਲੇ ਭਗਵਾਨ। कहते हैं कबीर रोड़ा हुआ तो क्या भया, पंथी को दुख दे। कहते जब मैं रोड़े दा ओगण देखिया ना, एक पत्थर दा, जे कोई नंगे पैरी जा रहा है ते ये ठोकर नाल उसनू चोट भी लग सकती है, ये उसनू नुकसान भी पहुंचा सकता है। मैं कहते उस वेले बचन वापस खींच। कबीर रोड़ा हुआ तो क्या भया, पंथी को दुख दे। पंथी हुंदा राह पैंडे विच जिहड़ा जाण वाला राहगी। पंथी को दुख दे, ऐसा को तेरा दास है जो धरनी में खे। कहते ने मैं क्या नहीं, पत्थर नहीं बनना भाई, पत्थर है तो नहीं मैं, पर पत्थर विच इक औगण है, कईयां नूं नुकसान भी पहुंचा सकता है। कहते नहीं मैं पत्थर नहीं बनना चाहता, मैं रस्ते दी धूड़ी बनना चाहना, खे बनना चाहना। कहना बड़ा आसान है साध संगत, मैं कह रहा तुसीं सुन रहे हो, बड़ा आसान है। ਅਸੀਂ ਜਿੰਨਾ ਮਰਜ਼ੀ ਕਹਿ ਲਈਏ ਨਾ ਬਈ ਮੇਰੀ ਮੈਂ ਤੁਹਾਡੇ ਚਰਨਾਂ ਦੀ ਧੂੜੀ, ਤੁਹਾਡਾ ਦਾਸ, ਪਰ ਤੁਹਾਨੂੰ ਕੋਈ ਕਹਿ ਦੇ ਨਾ ਤੁਸੀਂ ਤੇ ਸਾਡੇ ਦਾਸ ਹੋ, ਸਾਡੀ ਚਰਨਾਂ ਦੀ ਖਾਕ ਹੋ, ਤੇ ਮੈਂ ਸਮਝਾਂਗਾ ਅਸੀਂ ਆਪੇ ਤੋਂ ਬਾਹਰ ਹੋ ਜਾਾਂਗੇ। कबीर साहब कहते हैं कबीर रोड़ा हुआ तो क्या भया, पंथी को दुख दे, ऐसा तेरा दास है जो धरनी में खे। कबीर खे हुई तो क्या पिया, कहते मैं रस्ते च खे बन जावा, ताकि मैं सब दी चरना दे थले आवा। कहते मैं ध्यान मारिया ते खे भी सी ना, जिहड़ी खे मिट्टी, वो भी जद तेज हवा आती है ना, ਉਹਦੇ ਵਿੱਚ भी कोगण है। जद तेज हवा आती है ना, उड़ के कहते जद मैं वेखांगा उड़ के वो नाम जपण वालियां दे कपड़े भी खराब कर सकती है, ते अखां विच भी घट्टा मिट्टा घट्टी मिट्टी पै सकती। कबीर खे हुआ तो क्या भया, जो उड़ लागे अंग, हरजन ऐसा चाहिए जो पानी सरबंग। कहते मैं क्या खे भी नहीं बनना, रोड़ा भी नहीं बनना, मैं पानी बन जाना। पानी च बड़े वड्डा गुण है, पानी चले निवाण। जदों वेखो पानी कित्थों भी जा रहा होवे ना, निवाण नूं जांदा है, बड़ा निमरता विच जांदा है। कहते जद मैं पानी वाल नजर मारी ना, ते मैनूं पानी विच एक बड़ा वड्डा ओगण नजर आया। देखो यह गहराई वाली गल है। कहते मैनूं नजर एक ही आया कि पानी नूं जे अगर असी गर्म तत्ते ते रख दिए ना, इस अंगीठी दे उत्ते या गैस से रख दिए, ਉਹਨੂੰ सेक मिलेगा तो गर्म हो जाएगा, फ्रिज च रखांगे तो ठंडा हो जाएगा। कहते ने सुभाव बदल देता एकदम, पानी गर्म रखो तो गर्म हो जाता है, तत्ता कहो तो तत्ता हो जाता है। कबीर साहब कहते कबीर खे हुई तो क्या पिया, जो उड़ लागे अंग, हरजन ऐसा चाहिए जो पानी सरभंग। कबीर पानी हुआ तो क्या पिया, सीरा ताता होए, हरजन ऐसा चाहिए जैसा हर ही होए। कहते नहीं ना मैं पानी बनना है, ना मैं रोड़ा बनना है, ना मैं के बनना।
मैं ते हरि दा दास बनना है, हरि वर्गा ही बनना है। ये बड़ी निमरता की गल है। कबीर साहब विच बहुत निमरता सी। हों तिस घोल कुमाया गुरमुत हृदय गरीबी आवे। शब्द पढ़ी दा ना भाई गुरदास जी का, गुरमत हृदय, मैं उस गुरु तो कुर्बान जाना, गुरमत हृदय गरीबी भाव निमरता आ जाए। क्योंकि मैं अक्सर बेनती करना, जे परमात्मा नूं पाउणा ही ना बड़ा सौखा जिहा ढंग है। जितना परमात्मा उच्चा है ना, उतना मना तू नीवा हो जा। जिन्ना परमात्मा उच्चा है, तुसी देखो जिस पेड़ दियां जड़ा, जिस दरखत दियां जड़ा जिन्नी ज्यादा जमीन विच होणगियां ना, वो उन्ना ही फल फुल ज्यादा देंदा है। जिन्ना नीवा, जिन्ना परमात्मा उच्चा है, बड़े ध्यान देने वाली गल है। वड्डी हूं वड्डा पार तेरा मर्तबा, तू कितना वड्डा है। वड्डे कियां वड्डियाइयां किछ कहना कह ना जाए, वो बहुत वड्डा है। वो जितना वड्डा है तू उतना नीवा हो जा। तू नीवा हो जाएगा ना, आपस को जो जाने नीचा, 100 गणिए सब ते ऊंचा। जदों तू नीवा होएगा सब तो ऊंचा हो जाएगा। और जिहड़े हंकार विच रहिंदे ने ना, वो खाली चले जाते। पातशाह कहंदे ना, सिमल रुख सरायरा अत दीरघ अत मुछ, ओए जे आवे आस कर जाए निराशे कित, फल फिक्के फुल बक बक्के कम ना आवे पत, मिठत नीवी नानका गुण चंगियाइयां तत। सिमल दा रुख देखो ना, अत दीरघ, बड़ा लंबा उच्चा होंदा है। पातशाह उदाहरण दिंदे गुरु नानक पातशाह सदिवार विच, कितना लंबा उच्चा पेड़ होंदा है सिमल दा रुख। अत दीरघ अत मुछ, कितना लंबा उच्चा होंदा है। ते एक पंछी जिहड़े होंदे ना, आके आस करदे ने, इन्ना उच्चा पेड़ है, चलो जाके इहदी छां माणांगे, इहदे फल फुल खावांगे। कहंदे जद बैठदे ने ना उहदी छां हुंदी है, फल फिक्के, फल भी फिक्के, फुल बक बक्के, फुल दा भी स्वाद नहीं, फल भी फिक्के। ओए जे आवे आस कर जाए निराशे कित, वो पंछी ते आस करके आंदा मैनूं इत्थों कुछ मिलेगा, और हंकारियां दे विच, हंकार विच खड़ा ना, ਉਹਦੇ ਕੋਲ ओए जे आए आस कर जाए निराशे कित, वो निराश होके पंछी चले जाते। मिठत नीवी नानका गुण चंगियाइयां तत, पातशाह कहंदे ने नीवा हो जा। जीवा नीवा हो जाएगा ना, मिठत नीवी नानका गुण चंगियाइयां तत, चंगे गुणा दा तत है ना जिहड़ा, वो मिठा, मिठ बोला, मिठ बोलना जी हर सज्जन स्वामी मोरा। तुसी देखो ज्यों ज्यों आम है ना, कुदरती गल सामने आई है, आम में जिन्ना रस भरा होंदा जाएगा ना, उन्ना भारी होके थल्ले होंदा जाएगा। एक ही दर्शांदा है सानू, की मैसेज दे रहा है सानू, कि जिन्नी मेरे अंदर मिठास हो गई है ना, मैं उन्ना भारा होके थल्ले होई जा रहे हैं, भारा होके नीवा होई जा रहे हैं। अरे कबीर साहब यही तो कह रहे ने कि ज्यों ज्यों तेरे अंदर ज्ञान आंदा रवे, गुरबाणी दा चानना तन हुंदा रवे, तेरी किसे पक्ष तो अध्यात्मक तौर ते, रूहानी तौर ते जे तू उत्ता चल रहे हैं, उत्ते चलता जा रहे हैं, उस वेले अम जिस तरह जिन्ना मिठा होंदा जाएगा ना, उन्ना लटकदा जाएगा, भारा होंदा जाएगा। सबको नीवे आप पर को नीवे न कोई, धर तराजू तोलिए नीवे सबोरा होए। गुरु नानक पातशाह कहंदे तराजू विच जिहड़ा वजन भारी हुंदा है ना, जिहदे च वजन रखो ज्यादा, ते वो भारा होके नीवा गोरा हो जाता है, भारा हो जाता है। कहंदे ने झुकण वाली गल नहीं है। हुण कई गुरुद्वारे साहब जाओ ना, मत्था टेकदे ने ते कई पूरी लंबी डंडोत करदे हैं। डंडोत बंधन अनक बार असीं पढ़ने ना शब्द, डंडोत का मतलब पता की हुंदा है, डंडे की तरह सीधा। मैं नहीं कह रहा कि मत्था ना टेको, टेको। कई शरीर इस तरह भी टेकते हैं। वैसे तो मत्था टेकन तो भाव
सिर्फ ते सिर्फ ये नहीं है कि कोई साडी शरीरिक क्रिया दे नाल इहदा संबंध है। मत्था टेकन दे नाल, गुरु दे दर्शन करन तो भाव नोट करना, ये सिर्फ ये वे कि मैं गुरु साहब अपना सीस, अपनी मत तुहाडे चरनां विच रख रहा। खाली बस हो रहे नहीं, जे तुसी डंडोत कर रहे हो चंगी गल है, मैं उन्होंने वो नहीं कह रहा कि वो गलत कर रहे हैं, पर पातशाह कहते ने जे नीवण की गल है ना, तो अपराधी दूना नीवे जो हंता मिर्गाए। जिस तरह हीरन नूं मारन वास्ते जिहड़ा शिकारी हुंदा है ना, किन्ना झुकी जाता है, होर झुकी जाता है। कहंदे झुकण की गल होंदी ते शिकारी भी फिर किन्ना ही झुक जाता है। कहंदे सीस निवाइए क्या थी जा हृदय कुसुदा जाए। कहंदे उस सीस निवाण नाल की फायदा जे हृदय दे अंदर खोट है। जे मैं गुरु दे चरनां विच जाके नकमस्तक हो रहा ते जे मैं मन करके अपनी मत ही गुरु दे अगे नहीं रखी, ते उस सीस निवाण दा की फायदा। वो ते मन खोटे वाली गल है। तन खोटे मन चोर, अंदर ते खोट भरी है साडे, मन खोटे तन चोर। गुरु साहब कहते ने अपनी मत देनी है तू इतना ज्ञान तेरे विच है ना, उस ज्ञान का शुकराना कर ते उस ज्ञान नूं वंड। कई बारी हुंदा ना, कबीर साहब ने कबीर माया तजी तो क्या भया, जो मान तजिया नहीं जाए। कई माया छड़ देंदे ने जी मैं माया छड़ दी, वो फिर एक ना भार अपने सिर ते लैके चलते रहे कि मैं तो माया छड्डी हुई। एक तो भार सी कि मैं सब कुछ छड्डिया, ते हुण भी आ गया माया छड्डी घरों, कहंदे हुण मैं माया ही छड्डी। उन्होंने यही गल ना, उन्होंने यह भी भार चुक के नाल चलते। अरे भाई छड़ दिता तो छड़ दिता। कबीर माया तजी तो क्या भया, जो मान तजिया नहीं जाए। माया छड़ दी तो की होया, अंदरों अंकार तो छड्डिया ही नहीं। मान मुनि मुनिवर गले, मान सबे को खाए। कहंदे ने इस मान नूं सारियां ने खा लिया। ते कबीर साहब अज इस तरह का ख्याल दे रहे ने कि निमरता विच आ जा, निमाणा बन जा। निमाणे नूं भाग लगदे ने। कबीर साहब एक बारी बैठे सन ते माता एक पंडित दी माता, जो कुछ ही दूरी ते पंडित जी रहंदे सन, ओदी माता रोज पंडित जी घर जाना, माता नाल मिलना। माता जी जिहड़े सन वो कबीर जी दे बड़े इस तरह कह लो प्रेमी सन। सुनन वाली गल है, इतिहास की साखी है। ते पंडित जी रोज जान, इन्ना ज्ञान हो गया उन्होंने कोल कि गड्ढे पड़ के ना ग्रंथ दे शास्त्रां दे लद्दे होंदे। ज्ञान बहुत सी, सारे ग्रंथ पढ़े हुए सन। अंकार हो गया। कई बारी बंदे नूं दो शब्द आ जान ना, संगत ही सुनाने या कथा करनी आ जाए, वो समझदा हुण मेरे तो उत्ते कोई है ही नहीं। हर जियो हंकार ना भावे, वेद कूक सुनावे। एक गल याद रख लेना, रब नूं साडा सारा लाड ते चंगा लगेगा। किथे हंकार ना कर ली, रब दा शरीक ना बन जाई। बस ये बड़ी नुक्ते वाली गल है। जदों असीं रब दे शरीक बन गए, फिर हर जियो हंकार ना पावे। हरि नूं हंकार नहीं पाउंदा, बाकी भावें जो मर्जी कर ले। फिर तू भावें, फिर कहंदे वेद कूक सुनावे, फिर ते कूक वाली कूक रहे। फिर ते जे हंकार तू कर रहे, उसनूं इन्ना ते जगह जगह जांदा सी कि कोई मेरे नाल विचार कर लेवे, मैं उन्हें हरा दांगा। देखो मैं नाल आ गई। ये मैं कड्ढण वास्ते ज्ञान आंदा ही तां है कि मैनू मेरी मैं निकल जाए, पर इस गल का भी इनकार हो गया कि मैनू ज्ञान हो गया। ते बड़ा हंकार सिर ते चढ़ गया। महापुरुष कहंदे सन हंकार हो जाए ना, ते जे ते हिरदे तक चढ़ गया या सिर ते चढ़ गया, फिर ते हंकार लै डुबेगा। ते जे थल्ले ही रहेगा, अपने नीवापन देखेगा,
ਤੇ ਫਿਰ ਤੇ ਤੇਰੀ ਗੱਡੀ ਚੱਲ ਪਏਗੀ। ਤੇ ਮਾਂ ਉਹਦੀ ਰੋਜ਼ ਕਹਿੰਦੀ ਸੀ ਇਸ ਤਰ੍ਹਾਂ ਨਾ ਕਰਿਆ। ਤੇ ਉਹ ਪੰਡਤ ਜੀ ਨੇ ਨਾਮ ਹੀ ਆਪਣਾ ਪਤਾ ਕੀ ਚੇਂਜ ਕਰਕੇ ਰੱਖ ਲਿਆ, ਸਮੂਹਜੀਤ। ਇਤਿਹਾਸ ਵਿੱਚ ਆਇਆ ਸਮੂਹਜੀਤ, ਕਿ ਸਾਰਿਆਂ ਨੂੰ ਜਿੱਤਣ ਵਾਲਾ ਹੈ। ਉਹਦੀ ਮਾਂ ਨੇ ਕਿਹਾ ਫਿਰ ਜੇ ਤੂੰ ਜਿੱਤਣਾ ਹੀ ਚਾਹੁੰਦਾ, ਜੇ ਸਮੂਹਜੀਤ ਦੇ ਨਾਮ ਪਾਏ ਮਜ਼ਾ ਤੇ ਤਾਂ ਹੈ, ਤੂੰ ਕਬੀਰ ਸਾਹਿਬ ਨੂੰ ਜਿੱਤ ਕੇ ਦਿਖਾ। ਉਹ ਤੇ ਇੱਕ ਉਹਨੂੰ ਸਮਝਾਉਣਾ ਚਾਹੁੰਦੀ ਸੀ, ਕਿਉਂਕਿ ਕਬੀਰ ਦੀ ਅਵਸਥਾ ਹੀ ਬੜੀ ਉੱਚੀ ਸੀ। ਗੱਡੇ ਲੱਦੇ ਕਬੀਰ ਸਾਹਿਬ ਦੇ ਘਰ ਚਲੇ ਗਿਆ। ਘਰ ਗਿਆ, ਪੁੱਛਿਆ, ਦਰਵਾਜ਼ਾ ਖੋਲਿਆ, ਕਮਾਲੀ ਨੇ ਦਰਵਾਜ਼ਾ ਖੋਲਿਆ। ਕਬੀਰ ਸਾਹਿਬ ਦੇ 2 ਬੱਚੇ ਸਨ, ਕਮਾਲ ਤੇ ਕਮਾਲੀ। ਦਰਵਾਜ਼ਾ ਖੜਕਾਇਆ, ਕਮਾਲੀ ਨੇ ਦਰਵਾਜ਼ਾ ਖੋਲਿਆ, ਕਹਿੰਦੇ ਕਿੱਥੇ ਕਬੀਰ? ਦੇਖੋ ਬੋਲਣ ਦਾ ਲਿਹਾਜ਼, ਕਿਸੇ ਨਾਮ ਜਪਣ ਵਾਲੇ ਨੂੰ ਕਦੀ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ। ਕਹਿੰਦੇ ਕਬੀਰ ਤੇ ਕਿੱਥੇ ਗਏ ਨੇ, ਕਦੋਂ ਆਣਗੇ? ਕਹਿੰਦੇ ਆ ਜਾਣਗੇ, ਹੁਣੇ ਆ ਜਾਣਗੇ। ਖੜਾ ਹੋ ਗਿਆ, ਥੋੜੀ ਦੇਰ ਵੇਟ ਕੀਤੀ, ਸਾਹਮਣੇ ਕਬੀਰ ਸਾਹਿਬ ਆ ਰਹੇ ਸਨ। ਪਹਿਚਾਨਦਾ ਨਹੀਂ ਸੀ, ਭਾਵੇਂ ਕੋਲ ਰਹਿੰਦਾ ਸੀ, ਪਹਿਚਾਨਦਾ ਨਹੀਂ ਸੀ ਕਬੀਰ ਸਾਹਿਬ, ਹੰਕਾਰ ਸੀ। ਕਬੀਰ ਸਾਹਿਬ ਕੋਲ ਆਏ, ਵੇਖਿਆ, ਪੁੱਛਿਆ ਕੌਣ ਜੀ? ਕਹਿੰਦੇ ਮੈਂ ਸਮੂਹਜੀਤ ਤੇ ਕਬੀਰ ਨੂੰ ਮਿਲਣ ਆਇਆ, ਤੇ ਮੈਂ ਕਬੀਰ ਨੂੰ ਜਿੱਤਣਾ ਚਾਹਨਾ। ਕਹਿੰਦੇ ਜਿੱਤਣਾ ਕੀ ਚਾਹਨਾ? ਮੈਂ ਹੀ ਕਬੀਰ ਹਾਂ, ਦੱਸੋ ਕੀ ਗੱਲ? ਕਹਿੰਦਾ ਜੀ ਤੁਸੀਂ ਮੇਰੇ ਨਾਲ ਚਰਚਾ ਕਰੋ, ਵਾਦ ਵਿਵਾਦ ਕਰੋ, ਤੇ ਮੈਂ ਤੁਹਾਨੂੰ ਹਰਾਣਾ ਚਾਹੁੰਦਾ ਹਾਂ। ਕਬੀਰ ਸਾਹਿਬ ਹੱਸ ਪਏ, ਕਹਿਣ ਲੱਗੇ ਚਰਚਾ ਕੀ ਕਰਨੀ ਹੈ ਮੇਰੇ ਨਾਲ? ਮੈਂ ਤਾਂ ਵੈਸੇ ਹੀ ਹਾਰ ਗਿਆ, ਚਲੋ ਚਰਚਾ ਤੋਂ ਬਿਨਾਂ ਹੀ ਕਹਿ ਰਿਹਾ ਮੈਂ ਹਾਰ ਗਿਆ। ਕਹਿੰਦਾ ਇਸ ਤਰ੍ਹਾਂ ਗੱਲ ਨਹੀਂ ਬਣੇਗੀ, ਚਰਚਾ ਕਰੋ। ਕਬੀਰ ਸਾਹਿਬ ਕਹਿੰਦੇ ਨੇ ਇੱਕ ਬੰਦਾ ਕਹਿ ਰਿਹਾ ਮੈਂ ਤੁਹਾਡੇ ਕੋਲ ਪਹਿਲਾਂ ਹੀ ਹਾਰ ਗਿਆ, ਤੁਹਾਨੂੰ ਇੰਨਾ ਗਿਆਨ ਹੈ, ਗੱਡੇ ਤੂੰ ਭਰੇ ਹੋਏ ਨੇ ਸ਼ਾਸਤਰਾਂ ਦੇ, ਤੂੰ ਗਿਆਨ ਇੰਨਾ ਤੇ ਤੂੰ ਪਹਿਲਾਂ ਹੀ। ਕਬੀਰ ਸਾਹਿਬ ਅੰਦਰੋਂ ਮੁਸਕਰਾ ਰਹੇ ਸਨ ਕਿ ਹੰਕਾਰ ਦੀ ਪੰਡ ਤੇ ਪਹਿਲਾਂ ਹੀ ਨਾਲ ਲੈ ਕੇ ਚੱਲ ਰਹੇ। ਸਾਧ ਸੰਗਤ, ਕਦੀ ਬਾਣੀ ਕੰਠ ਹੋ ਜਾਏ, ਸੰਗਤ ਵਿੱਚ ਵਾਹ ਮਿਲ ਜਾਏ ਨਾ, ਤੇ ਇਸ ਗੱਲ ਦਾ ਵੀ ਧਿਆਨ ਰੱਖ ਲੈਣਾ, ਉਸ ਹੰਕਾਰ ਨੂੰ ਨਾ ਆਪਣੇ ਸਿਰ ਤੇ ਚੜਨ ਦੇ, ਉਹ ਸਤਿਗੁਰੂ ਦੇ ਚਰਨਾਂ 'ਚ ਵਾਪਸ ਰੱਖ ਦੇਣਾ। ਸਤਿਗੁਰੂ ਅੱਜ ਬਹੁਤ ਪਿਆਰ ਸੰਗਤ ਦਾ ਮਿਲਿਆ, ਤੁਹਾਡੀ ਬਖਸ਼ਿਸ਼ ਦੇ ਸਦਕੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇੱਕ ਬੋਲ ਨੇ, ਬੜੇ ਧਿਆਨ ਰੱਖਣਾ, ਰਾਜ ਲੀਲਾ ਤੇਰੇ ਨਾਮ ਬਣ ਆਈ। ਦੇਖੋ ਕਿੰਨੇ ਪਿਆਰੇ ਬੋਲ ਨੇ, ਰਾਜ ਲੀਲਾ ਤੇਰੇ ਨਾਮ ਬਣਾਈ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹਰਿਮੰਦਰ ਸਾਹਿਬ ਵੀ ਸੰਗਤਾਂ ਅਥਾਹ ਆਂਦੀਆਂ ਸਨ, ਇਕੱਠ ਹੁੰਦਾ ਸੀ ਤੇ ਸਾਰੇ ਨਮਸਕਾਰ ਕਰਦੇ ਸਨ, ਤੇ ਉਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਸਨ, ਇਹ ਰਾਜ ਲੀਲਾ ਤੇਰੇ ਨਾਮ ਬਣਾਈ। ਇਹ ਪਾਤਸ਼ਾਹ ਇਹ ਜਿਤਨਾ ਵੀ ਕੁਝ ਮੈਨੂੰ ਪ੍ਰਾਪਤ ਹੋ ਰਿਹਾ ਤੇਰੇ ਨਾਮ ਦੇ ਸਦਕੇ ਹੀ ਤੇ ਹੋ ਰਿਹਾ। ਜੇ ਤੂੰ ਮੈਨੂੰ ਇਹ ਨਾਮ ਦੀ ਬਖਸ਼ਿਸ਼ ਨਾ ਕਰਦਾ, ਮੈਨੂੰ ਕਿਵੇਂ ਪੁੱਛਣਾ ਸੀ? ਇਹ ਹੁੰਦੀ ਜੇ ਨਿਮਰਤਾ ਦੀ ਨਿਸ਼ਾਨੀ। ਰਾਜ ਲੀਲਾ ਤੇਰੇ ਨਾਮ ਬਣਾਈ, ਇਹ ਤੇ ਸਾਰਾ ਕੁਝ ਮੈਨੂੰ ਤੇਰੇ ਨਾਮ ਦੇ ਸਦਕੇ ਮਿਲਿਆ। ਉਸ ਵੇਲੇ ਸਾਧ ਸੰਗਤ, ਕਬੀਰ ਸਾਹਿਬ ਨੇ ਕਿਹਾ ਮੈਂ ਤੇ ਪਹਿਲਾਂ ਹੀ ਹਾਰ ਗਿਆ, ਮੈਨੂੰ ਤੇ ਆਂਦਾ ਹੀ ਕੁਝ ਨਹੀਂ, ਚਰਚਾ ਕੀ ਕਰਨੀ ਹੈ? ਕਹਿੰਦਾ ਨਹੀਂ ਇਸ ਤਰ੍ਹਾਂ ਨਹੀਂ, ਮੈਂ ਲਿਖਾਂ, ਮੈਨੂੰ ਲਿਖ ਕੇ ਦਵੋ। ਕਬੀਰ ਸਾਹਿਬ ਨੇ ਲਿਖਣਾ ਕਿ ਤੂੰ ਲਿਖ ਦੇ, ਮੈਂ ਸਾਈਨ ਕਰ ਦੇਣਾ। ਉਹ ਸਮੂਹਜੀਤ ਨੇ ਲਿਖ ਦਿੱਤਾ ਕਿ ਸਮੂਹ ਚਰਚਾ ਹੋਈ ਕਬੀਰ ਸਾਹਿਬ ਔਰ ਸਮੂਹਜੀਤ ਵਿੱਚ, ਸਮੂਹਜੀਤ ਜਿੱਤ ਗਿਆ ਤੇ ਕਬੀਰ ਸਾਹਿਬ ਹਾਰ ਗਏ। ਕਬੀਰ ਸਾਹਿਬ ਨੇ ਰੁੱਕਾ ਲਿਆ ਉਹ ਵਾਲਾ ਤੇ ਉਹਦੇ ਅੰਦਰ ਸਾਈਨ ਕਰਕੇ ਦੇ ਦਿੱਤਾ, ਚਲਾ ਗਿਆ ਘਰ। ਘਰ ਗਿਆ, ਮਾਂ ਨੂੰ ਪੰਡਤ ਜੀ ਉਹ ਸਮੂਹਜੀਤ ਕਹਿੰਦਾ ਮਾਂ ਦੇਖ ਤੂੰ ਕਹਿੰਦੀ ਸੀ ਨਾ ਕਬੀਰ ਨੂੰ, ਮੈਂ ਤੇ ਕਬੀਰ ਨੂੰ ਹੀ ਹਰਾਇਆ। ਉਹ ਮਾਂ ਕਹਿੰਦੀ ਤੂੰ ਕਬੀਰ ਨੂੰ ਹੀ ਹਰਾ ਸਕਦੀ, ਕਬੀਰ ਤੇ ਖੇਡ ਹੀ ਦੂਜੀ ਹੈ। ਕਬੀਰ ਦਾ ਮਨ ਸਾਡੇ ਵਰਗਾ ਨਹੀਂ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ। ਜਿਵੇਂ ਗੰਗਾ ਦਾ ਪਾਣੀ ਹੁੰਦਾ ਨਾ, ਉਸ ਤਰ੍ਹਾਂ ਸਾਫ਼ ਹੈ। ਪਾਛੇ ਲਾਗੋਂ ਹਰ ਫਿਰੇ ਕਹਿਤ ਕਬੀਰ ਕਬੀਰ। ਉਹ ਤੇ ਕਬੀਰ ਐਸਾ ਹੈ, ਕਬੀਰ ਸਾਹਿਬ ਕਹਿੰਦੇ ਮੇਰਾ ਤੇ ਮਨ ਇੰਨਾ ਨਿਰਮਲ ਹੈ ਜਿਵੇਂ ਗੰਗਾ ਦਾ ਪਾਣੀ ਹੁੰਦਾ ਨਾ ਸਾਫ਼, ਮੇਰਾ ਇੰਨਾ ਸਾਫ਼ ਹੈ ਅੰਦਰ। ਹੁਣ ਤੇ ਮੇਰੇ ਪਿੱਛੇ ਹਰੀ ਹਰੀ ਹੈ ਤੇ ਕਬੀਰ ਅੱਗੇ ਅੱਗੇ ਚੱਲ ਰਹੇ, ਉਹ ਆਵਾਜ਼ ਮਾਰ ਰਿਹਾ ਹਰੀ, ਉਹ ਕਬੀਰ, ਉਹ ਕਬੀਰ। ਕਹਿੰਦੇ ਰੁੱਕਾ ਲਿਖ ਕੇ ਦਿੱਤਾ ਹੈ, ਮੈਨੂੰ ਰਿਟਰਨ ਵਿੱਚ ਲਿਖ ਕੇ ਦਿੱਤਾ ਹੈ। ਮਾਂ ਨੇ ਕਿਹਾ ਦਿਖਾ, ਦੇਖਿਆ ਤੇ ਉੱਥੇ ਕਹਾਣੀ ਕੁਝ ਹੋਰ ਸੀ।
कहने चर्चा हुई, चर्चा भी समूह जित हार गया, कबीर साहब जित गए। वेख्या उसने, कहना तां ही कबीर साहब ने साइन कर दिते, उल्टा लिखा है, हो सकता है गलती हो गई है, मैं कल फिर जावांगा। फिर गया, फिर कहना हुण मैं ध्यान नाल लिखांगा। भाई आपस में चर्चा हुई, दोनों की ज्ञान की चर्चा हुई, कबीर साहब हार गए, समूह जी जित गया। ध्यान नाल आपे हथी लिखिया, साइन किते, कबीर साहब फिर देते साइन करके। वो घर गया, मां नूं कहा देख हुण ते मैं सही आप लिख के लिया, हथी लिखे आवे, पहला मैनूं हो सकदा गलती हो गई होवे। दूजी बारी भी साध संगत रब दी खेड ऐसी सी, फिर उही गलती, कबीर साहब जित गए, समूह जित हार गया। वो खेड परमात्मा दी सी। इस तरह इतिहास च आया 5-7 वारी इस तरह जांदा रहा, पर एक वारी की होया, उसनूं पता लग गया कि कबीर दा मन ते वाकई निर्मल हो गया। हर जन ऐसा चाहिए जैसा हर ही होए। पैरी डिग गया वो पंडित जी, कहने लगे जी मैं ते खाली किताबां ही पढ़ियां ने, मैं ते पढ़िया वे, तुसी ते गुड़े होए हो। पढ़ना होर चीज है, गुड़िया होना होर चीज। मारे कहते पढ़िया मूर्ख आखिए, जिस लब लोभ अहंकारा, नाउ पढ़िए नाउ बुझिए, गुरमति विचारा। पढ़ते सारे पे हैं, पर महाराज मूर्ख पता किनू कह रहे ने? पढ़ के जे लब लोभ अहंकार अंदर आ गया ना, वो मूर्ख है। पढ़िया पढ़िया मूर्ख आखिए, मैं नहीं कह रहा, बाणी कह रही है। कई बातें पढ़ के ना वो समझते मैं पता नहीं की केड़ा किला फतह कर ले, पर मारे कहते जिस लब लो, जे वो पढ़ाई दिमाग से चढ़ गई है ना, हुण डॉक्टर ही ले लो, कोई डॉक्टर पढ़ के और ओदी स्टडी करन वक्त एक गरीब आदमी ते इतने इतने लाखां रुपए बिल बना दे और उन्हां दी किडनियां कट ले, फिर महाराज कहते ने नाउ पढ़िए नाउ बूझिए, गुरमति विचारा। दसो पढ़िया कि गुड़िया? वो खाली पढ़िया, और पढ़े पढ़न दी जेड़ी ओदी पढ़न दा अक्षर की होया ओदे दिमाग ते चढ़ गया। तां ही कहते ने ना, सो भगत जो गुरमुख होए। भगत भी कैसा होना चाहिए है, डॉक्टर भी कैसा होना चाहिए है, टीचर भी कैसा होना चाहिए, गुरमुख होना चाहिए, जिदे अंदर गुरमत दी पढ़ाई होवे, ओदे अंदर दया भावना होवे, ओदे अंदर कसाईपना ना होवे। बादशाह कहते ने कि इस तरह की कोई जिंदगी करेगा, नाउ पढ़िए नाउ बूझिए, गुरमति विचारा। गुरमति विचार तो पासे हो गया, डॉक्टर बनो, इंजीनियर बनो, वड्डी पोस्ट से होवो, पर गुरु की विचारधारा दे नाल बनो, करप्ट ना बनिए। अपने इस सोच नूं जदों गुरु साहब के द्वारे जाइए ना, वड्डे तो वड्डे भी साडे कोल पोस्ट ते कोई वड्डे ज्ञानी भी बन गए, कुछ बन गए, उस वेले जेड़े जदों जोड़े लाइए ना, ते अपनी मत भी जोड़ियां ते ला दीए कि सतगुरु मैं खाली होके आया, भांडा खाली करके आया, इस भांडे च ते तां ही कुछ पेगा ना जे भांडा खाली होएगा। जे भांडे विच पहला ही असी हंकार बदबू मैं मेरी असी पा रखीए, दसो उस भांडे विच नाम किवें पेगा? जे एक भांडे विच तुसी दुध लैन जांदे हो, साफ ही भांडा करदे हो ना, तुसी गंदा भांडा दो दूध वाले को पा दे, नहीं पाएगा। जे 150 रुपए का दुध उस गंदे भांडे विच नहीं पै सकदा, ते इन्ना वड्डा नाम जिहड़ा अमोल है, वो इस भांडे अंदर किवें पेगा? मैनूं दसो। ते कबीर साहब दे पैरी पै गया, कहने लगा कबीर साहब मैं ते पढ़िया ही रह गया, तुसी गुड़े होए हो। इतिहास विच आया कि 10 साल उसने शागिर्दी की थी कबीर साहब, क्योंकि कबीर मन निर्मल पया, मन निर्मल हो गया। करिए गुरबाणी पढ़िए, गुरबाणी नूं जितना रज के पढ़िए, नाल अरदास भी करिए, होमे मेरी तो बच जाइए। इत्थे ऐ ना होवे कि मैनू आंदा है, होर ते आंदा ही नहीं किसी नूं, मैं ते रोज नितनेम करनी आ, मैं ते रोज अमृत वेले जागनी आ, ऐ मैं ही ते कढनी है। जब हम होते तब तू नाही, जब तू ही मैं नाही। पातशाह कहते जब तक मैं मेरी बड़ी है तब तक तू नहीं आ सकता मेरे हिरदे विच। पहला मैं मेरी कढनी। होमे का की मतलब है? हो मैं, हो मतलब हुंदा मैं, ते मैं मतलब मैं ही करता रहिंदा बंदा सारी उम्र। कदी मैं करदे तू विच असीं तब्दील हो जाइए। कबीर तू करता तू हुआ,
मुझ में रहा ना हूं, जब आपा पर का मिट गया, जद देखो तत तू। ਹੁਣ ਪਹਿਲਾਂ ਮੈਂ ਕਰਦਾ ਸੀ, ਜਦ ਮੈਨੂੰ ਗਿਆਨ ਹੋ ਗਿਆ, ਮੈਂ ਸੰਗਤ ਵਿੱਚ ਆਇਆ, ਮੈਨੂੰ ਗਿਆਨ ਹੋ ਗਿਆ ਕਿ ਮੇਰੇ ਤੋਂ ਵੀ ਬੜੇ ਬੜੇ ਵੱਡੇ ਗਿਆਨਵਾਦ ਬੈਠੇ ਨੇ, ਮੇਰੇ ਕੋਲ ਤੇ ਮੈਂ ਕੀ ਹਾਂ, ਕੁਛ ਵੀ ਨਹੀਂ ਆ। ਤੇ ਉਸ ਵੇਲੇ ਮੈਨੂੰ ਕੀ ਹੁੰਦਾ, ਤੂੰ ਤੇ ਮੈਂ ਸ਼ੁਰੂ ਹੋ ਗਿਆ। ਜਦ ਤੂੰ ਸ਼ੁਰੂ ਕੀਤਾ, ਇਹ ਹੁਣ ਇੱਕ ਪੰਕਤੀਆਂ ਪੜ੍ਹਦੇ ਆ ਨਾ, ਜਦੋਂ ਜਪਜੀ ਸਾਹਿਬ ਵਿੱਚ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵੇ, ਇਹੀ ਗੱਲ ਹੈ। ਜਦੋਂ ਤੁਸੀਂ ਦਾਤਾ ਨੂੰ ਵੇਖੋ ਤੇ ਉਹਨੂੰ ਗਾਓ, ਅੰਦਰੋਂ ਮੈਂ ਨਿਕਲੇਗੀ। ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹੋਵੇਂ ਬਿਕ ਪੈਲ। ਕਿਉਂ ਅਸੀਂ ਕਹਿੰਦੇ ਆ ਗਾਇਆ ਕਰੋ? ਕਿਉਂਕਿ ਜਿਉਂ-ਜਿਉਂ ਅਸੀਂ ਗਾਵਾਂਗੇ ਨਾ, ਤਿਉਂ ਤੋਂ ਸਾਡੇ ਮਨ ਦੀ ਮੈਲ ਉਤਰਦੀ ਜਾਏਗੀ, ਮੈਂ ਮੇਰੀ ਦੀ। ਇਸ ਕਰਕੇ ਸੰਗਤ ਵਿੱਚ ਆ ਕੇ ਜਿੱਥੇ ਨਾਮ ਜਪਣਾ ਹੈ, ਉੱਥੇ ਮੈਂ ਮੇਰੀ ਨੂੰ ਵੀ ਮਿਟਾਣਾ ਹੈ। ਕਬੀਰ ਸਾਹਿਬ ਨੇ ਇਸੇ ਤਰ੍ਹਾਂ ਇਹ ਕਿਹਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਨਾ ਮੈਂ ਰੋੜਾ ਬੰਨਣਾ, ਦੇਖੋ ਰੋੜੇ ਵਿੱਚ ਵੀ ਔਗਣ ਹੈ, ਨਾ ਮੈਂ ਧੂੜ ਬੰਨੀ ਹੈ, ਉਹ ਵੀ ਉੱਡ ਕੇ ਕੱਪੜੇ ਖਰਾਬ ਕਰ ਸਕਦੀ ਹੈ। ਪਾਣੀ ਵੀ ਨਹੀਂ ਬੰਨਣਾ, ਉਹ ਵੀ ਤੱਤਾ ਵੀ ਹੋ ਜਾਂਦਾ ਹੈ ਤੇ ਠੰਡਾ ਵੀ ਹੋ ਜਾਂਦਾ ਹੈ ਜਲਦੀ। ਇਸ ਕਰਕੇ ਮੈਂ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਹਰੀ ਬਣਨਾ ਹੈ ਬਸ। ਹਰੀ ਕੀ? ਹਰੀ ਅਸੀਂ ਪੜ੍ਹ ਕੇ ਆਨੇ ਆ ਨਾ ਰੋਜ਼, ਉਹ ਸਤਨਾਮੇ ਕਰਤਾ ਪੁਰਖੇ ਨਿਰਭਉਏ ਨਿਰਵੈਰ ਅਕਾਲ। ਉਹ ਵੈਰ ਤੋਂ ਰਹਿਤੇ, ਉਹ ਜੂਨੀਆਂ ਤੋਂ ਜੂਨੀ ਵਿੱਚ ਨਹੀਂ ਆਂਦਾ, ਉਹ ਨਿਰਭਉ ਹੈ। ਹੁਣ ਨਿਰਭਉ ਦੇ ਨਾਲ ਲੱਗਾਂਗੇ ਤੇ ਸਾਨੂੰ ਵੀ ਨਿਰਭਉ ਹੋ ਜਾਾਂਗੇ। ਨਿਰਭਉ ਜਪੇ ਸਗਲ ਭਉ ਮਿਟੇ। ਸਾਹਿਬ ਇਹ ਕਹਿੰਦੇ ਨੇ ਕਿ ਭਾਈ ਗਿਆਨ ਆਣਾ ਵੱਡੀ ਗੱਲ ਹੈ, ਅੱਛੀ ਗੱਲ ਹੈ, ਆਣਾ ਵੀ ਚਾਹੀਦਾ। ਗਿਆਨ ਤੋਂ ਹੀ ਪਰਮਾਤਮਾ ਦਾ ਰਸਤਾ ਖੁੱਲਣਾ ਹੈ, ਪਰ ਇੱਕ ਗਿਆਨ ਦੇ ਨਾਲ ਹੰਕਾਰ ਤੋਂ ਵੀ ਬਚਣਾ ਹੈ। ਅਸੀਂ ਹਰੀ ਜੈਸਾ ਬਣੀਏ, ਹਰੀ ਦੇ ਦਾਸਾਂ ਵਰਗਾ ਬਣੀਏ। ਜਿਵੇਂ ਹਰੀ ਦੇ ਦਾਸ ਨੇ ਉਸ ਤਰ੍ਹਾਂ ਅਸੀਂ ਬਣ ਜਾਈਏ, ਅਸੀਂ ਗੋਲੇ ਬਣ ਜਾਈਏ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰਾਖੋ ਰਾਖਣ ਹਾਰ ਦੇ ਆਲਾ, ਨਾਨਕ ਘਰ ਕੇ ਗੋਲੇ। ਅਸੀਂ ਗੋਲੇ ਬਣਨਾ, ਨੌਕਰ ਵੀ ਨਹੀਂ। ਨੌਕਰ ਦੇ ਘਰ ਦਾ ਹੁੰਦਾ, ਉਹ ਕਦੀ ਅੱਖ ਵੀ ਦਿਖਾ ਸਕਦਾ ਹੈ, ਛੱਡ ਵੀ ਸਕਦਾ ਹੈ। ਅਸੀਂ ਗੋਲਾ ਬਣ ਜਾਣਾ। ਗੋਲਾ ਹੁੰਦਾ ਗੁਲਾਮ। ਹੁਣ ਮੈਂ ਕੋਈ ਮੈਨੂੰ ਮੁੱਲ ਖਰੀਦੀ, ਲਾਲਾ ਗੋਲਾ ਮੇਰਾ ਨਾਮ ਸੁਹਾਗਾ। ਪਾਤਸ਼ਾਹ ਕਹਿੰਦੇ ਤੂੰ ਗੋਲਾ ਬਣ ਜਾ, ਗੁਲਾਮ ਬਣ ਜਾ। ਗੁਲਾਮ ਹੁੰਦਾ ਇੱਕ ਵਾਰੀ ਕਿਸੇ ਨੇ ਖਰੀਦ ਹੀ ਲਿਆ ਤੈਨੂੰ, ਜੇ ਖਰੀਦ ਲਿਆ ਫਿਰ ਤੇਰਾ ਵਸ ਨਹੀਂ ਚੱਲਣਾ, ਫਿਰ ਉਸ ਪਰਮਾਤਮਾ ਦਾ ਹੀ ਚੱਲਣਾ। ਪੁਰਾਤਨ ਸਮੇਂ 'ਚ ਲੋਕੀ ਖਰੀਦ ਲੈਂਦੇ ਸਨ ਨਾ ਬੰਦਿਆਂ ਨੂੰ, ਉਹ ਘਰ ਨੌਕਰ ਦਾ ਪੈਸਾ ਦੇ ਕੇ ਪਰਿਵਾਰ ਨੂੰ ਸਾਰੀ ਉਮਰ ਗੁਲਾਮੀ ਕਰਾਉਂਦੇ ਸੀ ਉਹਨਾਂ ਨੂੰ, ਫਿਰ ਉਹ ਆਪਣੀ ਮਰਜ਼ੀ ਨਹੀਂ ਉਹਦੀ ਚੱਲਦੀ ਸੀ। ਨੌਕਰ ਦੀ ਤੇ ਫਿਰ ਵੀ ਚੱਲ ਜਾਂਦੀ ਹੈ, ਵੀ 6 ਵਜੇ ਛੁੱਟੀ ਹੋ ਜਾਏਗੀ, ਕਦੀ ਛੁੱਟੀ ਹੋਰ ਵੀ ਮਿਲੇਗੀ, ਉਹਦੀ ਆਪਣੀ ਮਰਜ਼ੀ ਵੀ ਚੱਲਦੀ ਹੈ, ਪਰ ਗੁਲਾਮ ਦੀ ਨਹੀਂ ਚੱਲਦੀ। ਇਸ ਕਰਕੇ ਅਸੀਂ ਉਹਦੇ ਘਰ ਦੇ ਗੋਲੇ ਬਣ ਜਾਈਏ, ਅਸੀਂ ਉਹਦੇ ਘਰ ਦੇ ਬਿਲਕੁਲ ਨਿਮਰਤਾ ਵਿੱਚ ਆ ਕੇ ਸੇਵਾ ਨਿਭਾਈਏ। ਕਦੀ ਵੀ ਨਾ ਕਹੋ ਕਿ ਮੈਂ ਰੋਜ਼ ਸਵੇਰੇ ਉੱਠਣਾ, ਮੈਂ ਰੋਜ਼ ਗੁਰਦੁਆਰੇ ਜਾਣਾ, ਮੈਂ ਰੋਜ਼ ਨਿਤਨੇਮ ਕਰਨਾ। ਨਹੀਂ ਭਾਈ, ਇਹ ਫੀਤੀਆਂ ਜਿੰਨੀਆਂ ਨੇ ਨਾ, ਜਦ ਤੂੰ ਜੋੜੇ ਉਤਾਰਨਾ ਹੋਵੇ ਨਾ ਗੁਰੂ ਸਾਹਿਬ ਦੇ ਦੁਆਰੇ, ਉਸ ਵੇਲੇ ਅਰਦਾਸ ਕਰ ਦਿਆ ਕਰ, ਇਹ ਵੀ ਚੀਜ਼ਾਂ ਉਤਾਰ ਦਿਆ ਕਰ। ਮੈਂ ਨਿਮਰਤਾ ਵਿੱਚ ਇੱਕ ਨਿਮਾਣਾ ਹੋ ਕੇ ਤੇਰੇ ਦੁਆਰੇ ਆਇਆ ਵਾਂ, ਤੇ ਸਤਿਗੁਰੂ ਕਿਰਪਾ ਕਰ ਮੇਰੀ ਝੋਲੀ ਵਿੱਚ ਨਿਮਰਤਾ ਦੀ ਖੈਰ ਪਾ ਦੇ। ਨਿਮਰਤਾ ਆ ਜਾਏਗੀ ਤੇ ਪਰਮਾਤਮਾ ਰੱਬ ਆ ਜਾਏਗਾ, ਕਿਉਂਕਿ ਨਿਮਨ ਸੁ ਗੋਰਾ, ਨਿਮਨ ਦੇ ਨਾਲ ਹੀ ਪਰਮਾਤਮਾ, ਨਿਮਨ ਸੁ ਗੋਰਾ ਹੋਏ, ਨੀਵੇਂ ਨਾਲ ਹੀ ਬੰਦਾ ਭਾਰਾ ਹੁੰਦਾ। ਅਸੀਂ ਨੀਵਾਂ ਹੋਣਾ ਹੈ, ਨੀਵੇਂ ਕਰਕੇ ਹੀ ਪਰਮਾਤਮਾ ਹੈ। ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਇਹ ਦਾਸ ਦੀਆਂ ਨੇ। ਬਚਨ ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਓ। ਮੈਂ ਮੇਰੀ ਤੋਂ ਹਟਾ ਕੇ ਗੁਰੂ ਸਾਹਿਬ, ਨਿਮਰਤਾ ਸਹੀ। ਜਦੋਂ ਬੈਠੋ ਸੰਗਤ ਵਿੱਚ ਅਰਦਾਸ ਕਰਕੇ ਬੈਠੋ, ਔਰ ਜਦੋਂ ਗੁਰੂ ਸਾਹਿਬ ਤੁਹਾਡੇ ਕੋਲ ਕੋਈ ਸੇਵਾ ਲੈਣ, ਗੁਰੂ ਦੇ ਅੱਗੇ ਅਰਦਾਸ ਕਰੋ, ਸਤਿਗੁਰੂ ਸ਼ੁਕਰ ਹੈ ਤੁਸੀਂ ਸੇਵਾ ਲਈਏ, ਮੈਂ ਇਸ ਕਾਬਲ ਨਹੀਂ ਸੀ। ਸੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।